ਜਿਹੜਾ ਲੈਟਰ ਹੈ ਜੀ ਇਹ ਰਾਸ਼ਟਰਪਤੀ ਜਿਹੜੇ ਹੈ ਅਮਰੀਕਾ ਦੇ ਉਹਨਾਂ ਨੂੰ ਤੇ ਇਹ ਆਪਣੇ ਯੂਐਨ ਨੂੰ ਲਿਖਿਆ ਗਿਆ। ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਦੁਆਰਾ ਸਾਡੇ ਬਜ਼ੁਰਗਾਂ ਦੀਆਂ ਪਾਣੀ ਨਾਲ ਦੀਆਂ ਵਿਛਾੜਾਂ ਮਾਰ ਕੇ ਪੱਗਾਂ ਲਾਈਆਂ ਗਈਆਂ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ, ਜਿਹੜੇ ਕਿ ਡੈਮੋਕ੍ਰੇਸੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਹੱਕ ਬਣਦਾ ਕਿ ਅਸੀਂ ਸ਼ਾਂਤਮਈ ਅੰਦੋਲਨ ਕਰ ਸਕਦੇ ਹਾਂ, ਪਰ ਇਹਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਤੇ ਲਾਅ ਕਾਨੂੰਨ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਜਬਰਨ ਸਾਡੇ ਰੂਟ ਬਦਲੇ ਗਏ, ਡਾਈਵਰਟ ਕੀਤਾ ਗਿਆ ਗਲਤ ਜਗ੍ਹਾ ਤੇ। ਜਦੋਂ ਕਿਸਾਨਾਂ ਨੇ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਬੱਸਾਂ ਤੇ ਬੈਰੀਗੇਡਸ ਲਾਏ ਹੋਏ ਸੀ ਤੇ ਸਾਨੂੰ ਦਿੱਲੀ ਦੀਆਂ ਸੜਕਾਂ ਤੇ ਉਲਝਾ ਕੇ ਸਾਡੇ ਤੇ ਲਾਠੀ ਚਾਰਜ, ਸਾਡੇ ਤੇ ਗੋਲੀਆਂ ਚਲਾਈਆਂ ਗਈਆਂ। ਕੁਝ ਸ਼ਹਾਦਤਾਂ ਵੀ ਹੋਈਆਂ ਤੇ ਬਹੁਤ ਸਾਰੇ ਬੱਚੇ ਇੰਜਰਡ ਹੋਏ ਤੇ ਕੁਝ ਲਾਪਤਾ ਨੇ ਜਿਹੜੇ ਸਾਨੂੰ ਕਲੀਅਰਲੀ ਸਰਕਾਰ ਦੱਸ ਨਹੀਂ ਰਹੀ। ਤੇ ਇਹ ਸਾਰੀਆਂ ਜਿਹੜੀਆਂ ਚਿੱਠੀਆਂ ਦੇ ਵਿੱਚ ਮੈਂ ਜਿਹੜਾ ਇਹਨਾਂ ਦੇ ਸਰਕਾਰ ਦੁਆਰਾ ਸਾਡੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਜ਼ਿਕਰ ਕੀਤਾ ਜੀ। ਮੈਂ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ ਟੀਵੀ ਤੇ ਮੈਂ ਹਾਂ ਰਮਨ ਧੂਰ। ਕਿਸਾਨ ਮੋਰਚੇ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਸਰਕਾਰ ਵੱਲੋਂ ਚੁਣੌਤੀਆਂ ਸਾਨੂੰ ਦਰਪੇਸ਼ ਕੀਤੀਆਂ ਜਾ ਸਕਦੀਆਂ ਸੀ, ਉਹਦੇ ਬਾਰੇ 'ਚ ਸ਼ੁਰੂ ਤੋਂ ਆਸ਼ੰਕਾਵਾਂ ਸੀ ਤੇ ਬਿਨਾਂ ਸ਼ੱਕ ਪਹਿਲੇ ਦਿਨ ਤੋਂ ਹੀ ਸਰਕਾਰ ਆਪਣੇ ਜਿਹੜੇ ਤਰੀਕਿਆਂ ਦੇ ਨਾਲ ਇਸ ਮੋਰਚੇ ਨੂੰ ਖਰਾਬ ਕਰਨ ਦੀ, ਇਹਨਾਂ ਜੁੜੇ ਹੋਏ ਲੋਕਾਂ ਨੂੰ ਖਦੇੜਨ ਦੀ ਜਿਹੜੀ ਆ ਕੋਸ਼ਿਸ਼ ਜਾਰੀ ਰੱਖੇ ਹੋਏ ਆ। ਪਹਿਲੇ ਦਿਨ ਸ਼ੁਰੂਆਤ ਹੁੰਦੀ ਆ ਹਰਿਆਣੇ ਦੀਆਂ ਸੜਕਾਂ ਦੇ ਉੱਤੇ, ਜਿਹਨੂੰ ਪਬਲਿਕ ਪ੍ਰਾਪਰਟੀ ਦੇ ਨਾਂ ਤੇ ਜੇ ਕੋਈ ਜ਼ਰਾ ਜਿੰਨਾ ਵੀ ਨੁਕਸਾਨ ਪਹੁੰਚਾਉਂਦਾ ਤੇ ਲੋਕਾਂ ਉੱਤੇ ਵੱਡੇ ਵੱਡੇ ਕੇਸ ਕਰ ਦਿੱਤੇ ਜਾਂਦੇ ਨੇ ਤੇ ਉਹਨਾਂ ਹੀ ਸੜਕਾਂ ਨੂੰ, ਉਸੇ ਪਬਲਿਕ ਪ੍ਰਾਪਰਟੀ ਨੂੰ ਸਰਕਾਰ ਦੇ ਵੱਲੋਂ ਆਪ ਖਰਾਬ ਕੀਤਾ ਜਾਂਦਾ ਤੇ ਸ਼ਾਂਤੀਪੂਰਵਕ ਇੱਕ ਧਰਨੇ ਦੇ ਲਈ, ਇੱਕ ਮੋਰਚੇ ਦੇ ਲਈ ਅੱਗੇ ਵਧ ਰਹੇ ਲੋਕਾਂ ਨੂੰ ਬੁਰੇ ਤਰੀਕੇ ਨਾਲ ਜਿਹੜੀ ਰੋਕਣ ਦੀ, ਖਦੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਉਹ ਕਾਮਯਾਬ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੁਣ ਕਹਿ ਸਕਦੇ ਹਾਂ ਕਿ ਪੂਰੇ ਭਾਰਤ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਖਦੇੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਆ ਤੇ ਹਰ ਉਹ ਤਰੀਕਾ ਜਿਹੜਾ ਜਿਹਨੂੰ ਅਸੀਂ ਅਣਮਨੁੱਖੀ ਜਿਹੜਾ ਤਰੀਕਾ ਕਿਹਾ ਜਾ ਸਕਦਾ, ਹਿਊਮਨ ਰਾਈਟਸ ਦੇ ਅੰਡਰ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਜਿਹੜੀਆਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਸੋ ਹਰ ਇੱਕ ਤਰੀਕੇ ਦੇ ਨਾਲ ਜਿੱਥੇ ਸਾਡੇ ਲੋਕਾਂ ਨੇ ਬਹੁਤ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਪ੍ਰਦਾਨ ਕੀਤੀਆਂ, ਚਾਹੇ ਉਹ ਆਪਣੇ ਕਿਸੇ ਕਿੱਤੇ ਨੂੰ ਲੈ ਕੇ ਆਪਣੇ ਆਪ ਨੂੰ ਪੇਸ਼ ਕੀਤਾ ਹੋਵੇ, ਚਾਹੇ ਜਿਹੜੀਆਂ ਫਿਜ਼ੀਕਲੀ ਸੇਵਾਵਾਂ ਜਿਹੜੀਆਂ ਲੋਕਾਂ ਨੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਪੇਸ਼ ਕੀਤੀਆਂ ਨੇ। ਸੋ ਉਸੇ ਦੇ ਦੌਰਾਨ ਹਰ ਰੋਜ਼ ਇੱਕ ਨਵੀਂ ਵੰਨਗੀ ਨਿਕਲਦੀ ਆ ਰਹੀ ਹੈ, ਕਿਉਂਕਿ ਜਿਹੜੀਆਂ ਚੁਣੌਤੀਆਂ ਇਸ ਵੇਲੇ ਬਹੁਤ ਜ਼ਿਆਦਾ ਜਿਹੜੀਆਂ ਦਰਪੇਸ਼ ਹੈਗੀਆਂ ਇਸ ਕਿਸਾਨ ਮੋਰਚੇ ਨੂੰ, ਤੇ ਇਸ ਵੇਲੇ ਜਿਹੜੀਆਂ ਹੋਰ ਚੁਣੌਤੀਆਂ ਉਹਦੇ ਲਈ ਹਰ ਇੱਕ ਜਿਹੜਾ ਇਨਸਾਨ ਹੈਗਾ ਆਪਣੇ ਤਰੀਕੇ ਨਾਲ ਕੋਸ਼ਿਸ਼ਾਂ ਕਰ ਰਿਹਾ। ਤੇ ਸਭ ਤੋਂ ਜਿਹੜੀ ਪਹਿਲੀ ਕੋਸ਼ਿਸ਼ ਸੀ ਲੋਕਾਂ ਨੇ ਜਿਹੜੇ IT ਸੈੱਲ ਨੂੰ ਨਾਕਾਮ ਕਰਨ ਦੇ ਲਈ, ਸਾਡੇ ਨੌਜਵਾਨਾਂ ਨੇ ਟਰੈਕਟਰ ਟੂ ਟਵਿੱਟਰ ਦੇ ਇੱਕ ਬਹੁਤ ਚੰਗੀ ਜਿਹੜੀ ਸਕੀਮ ਜਿਹੜੀ ਆ ਕਹਿ ਸਕਦੇ ਇੱਕ ਚੰਗਾ ਜਿਹੜਾ ਆਈਡੀਆ ਕ੍ਰੀਏਟ ਕੀਤਾ ਸੀ ਤੇ ਉਸ ਆਈਡੀਆ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਭਾਰਤ ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਹੋ ਕੀ ਰਿਹਾ। ਉਸੇ ਕੋਸ਼ਿਸ਼ ਦੇ ਵਿੱਚ ਇੱਕ ਹੋਰ ਨੌਜਵਾਨ ਨੇ ਇੱਕ ਸੋਹਣੀ ਕੋਸ਼ਿਸ਼ ਕੀਤੀ ਆ। ਯੂਨਾਈਟਿਡ ਜਿਹੜੀਆਂ ਸਟੇਟਸ ਹੈਗੀਆਂ ਵਾ ਅਮਰੀਕਾ ਨੂੰ, ਜੋ ਬਾਈਡਨ ਸਾਹਿਬ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਹੈਗੇ ਆ, ਉਹਨਾਂ ਨੂੰ ਇੱਕ ਲੈਟਰ ਲਿਖੀ ਆ ਤੇ ਲੈਟਰ ਲਿਖ ਕੇ ਪੂਰੇ ਸੰਸਾਰ ਦਾ ਧਿਆਨ ਜਿਹੜਾ ਇਸ ਚੀਜ਼ ਵੱਲ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਕਿ ਦਿੱਲੀ ਦੀਆਂ ਬਰੂਹਾਂ ਉੱਤੇ ਸ਼ਾਂਤੀਪੂਰਵਕ ਬੈਠੇ ਲੋਕਾਂ ਦੇ ਮੋਰਚੇ ਨੂੰ ਅਣਮਨੁੱਖੀ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੰਸਾਰ ਦਾ ਧਿਆਨ ਉਸ ਚੀਜ਼ ਵੱਲ ਜਾਵੇ, ਇਹਦੇ ਲਈ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸ਼ੁਭ ਨਾਮ ਤੇ ਪਿੰਡ ਕਿਹੜਾ? ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਤੇ ਮੈਂ ਪਿੰਡ ਗੋਲੂ ਕਾ ਮੋੜ ਤੇ ਡਿਸਟ੍ਰਿਕਟ ਫਿਰੋਜ਼ਪੁਰ ਤੋਂ ਆਇਆ ਜੀ। ਤੇ ਤੁਸੀਂ ਜ਼ਿਕਰ ਕੀਤਾ ਹੈ ਜਿਹੜਾ ਲੈਟਰ ਹੈ ਜੀ ਇਹ ਰਾਸ਼ਟਰਪਤੀ ਜਿਹੜੇ ਹੈ ਅਮਰੀਕਾ ਦੇ ਉਹਨਾਂ ਨੂੰ ਤੇ ਇਹ ਆਪਣੇ ਯੂਐਨ ਨੂੰ ਲਿਖਿਆ ਗਿਆ ਜੀ। ਇਹ ਸਾਨੂੰ ਲੈਟਰ ਲਿਖਣ ਦੀ ਕਿਉਂ ਲੋੜ ਪਈ? ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਸਾਡੇ ਜਿਹੜੇ ਕਿਸਾਨ ਆ 3 ਕਾਲੇ ਕਾਨੂੰਨਾਂ ਨੂੰ ਲੈ ਕੇ ਸ਼ਾਂਤਮਈ ਅੰਦੋਲਨ ਕਰ ਰਹੇ ਨੇ। ਪਹਿਲਾਂ 2 ਮਹੀਨੇ ਪੰਜਾਬ ਵਿੱਚ ਅੰਦੋਲਨ ਚੱਲਿਆ, ਫਿਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਸਾਨੂੰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਦੁਆਰਾ ਸਾਡੇ ਬਜ਼ੁਰਗਾਂ ਦੀਆਂ ਪਾਣੀ ਨਾਲ ਦੀਆਂ ਵਿਛਾੜਾਂ ਮਾਰ ਕੇ ਪੱਗਾਂ ਲਾਈਆਂ ਗਈਆਂ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ, ਜਿਹੜੇ ਕਿ ਡੈਮੋਕ੍ਰੇਸੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਹੱਕ ਬਣਦਾ ਕਿ ਅਸੀਂ ਸ਼ਾਂਤਮਈ ਅੰਦੋਲਨ ਕਰ ਸਕਦੇ ਹਾਂ, ਪਰ ਇਹਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਤੇ ਲਾਅ ਕਾਨੂੰਨ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਤੇ ਫਿਰ ਜਦੋਂ ਦਿੱਲੀ ਦੇ ਵਿੱਚ ਸਾਡੇ 2 ਮਹੀਨੇ ਜਿਹੜੇ ਆ ਸਾਡੇ ਸ਼ਾਂਤਮਈ ਅੰਦੋਲਨ ਚੱਲਿਆ ਤੇ ਸਾਡੇ 200 ਤੋਂ ਵੱਧ ਲੋਕਾਂ ਦੀਆਂ ਸ਼ਹਾਦਤਾਂ ਹੋਈਆਂ, ਤਾਂ ਫਿਰ 26 ਜਨਵਰੀ ਨੂੰ ਇੱਕ ਸਾਡਾ ਜਿਹੜਾ ਟਰੈਕਟਰ ਮਾਰਚ ਕੱਢਿਆ ਜਾਣਾ ਸੀ, ਉਹ ਅਸੀਂ ਇੱਕ ਪਾਰਟੀਕੂਲਰ ਸਾਨੂੰ ਰੂਟ ਦਿੱਤੇ ਤੇ ਅਸੀਂ ਉਹਨਾਂ ਰੂਟ ਤੇ ਜਿਹੜੇ ਹੈਗੇ ਆਪਦੇ ਟਰੈਕਟਰ ਲੈ ਕੇ ਜਦੋਂ ਨਿਕਲੇ ਤਾਂ ਸਾਨੂੰ ਸਰਕਾਰ ਤੇ ਪ੍ਰਸ਼ਾਸਨ ਦੁਆਰਾ ਜਬਰਨ ਸਾਡੇ ਰੂਟ ਬਦਲੇ ਗਏ, ਡਾਈਵਰਟ ਕੀਤਾ ਗਿਆ ਗਲਤ ਜਗ੍ਹਾ ਤੇ। ਜਦੋਂ ਕਿਸਾਨਾਂ ਨੇ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਬੱਸਾਂ ਤੇ ਬੈਰੀਗੇਡਸ ਲਾਏ ਹੋਏ ਸੀ ਤੇ ਸਾਨੂੰ ਦਿੱਲੀ ਦੀਆਂ ਸੜਕਾਂ ਤੇ ਉਲਝਾ ਕੇ ਸਾਡੇ ਤੇ ਲਾਠੀ ਚਾਰਜ, ਸਾਡੇ ਤੇ ਗੋਲੀਆਂ ਚਲਾਈਆਂ ਗਈਆਂ, ਜਿਵੇਂ ਕਿ ਆਪਣੇ ਕੁਝ ਸ਼ਹਾਦਤਾਂ ਵੀ ਹੋਈਆਂ ਤੇ ਬਹੁਤ ਸਾਰੇ ਬੱਚੇ ਇੰਜਰਡ ਹੋਏ ਤੇ ਕੁਝ ਲਾਪਤਾ ਨੇ ਜਿਹੜੇ ਸਾਨੂੰ ਕਲੀਅਰਲੀ ਸਰਕਾਰ ਦੱਸ ਨਹੀਂ ਰਹੀ।
ਤੇ ਇਹ ਸਾਰੀਆਂ ਜਿਹੜੀਆਂ ਚਿੱਠੀਆਂ ਦੇ ਵਿੱਚ ਮੈਂ ਜਿਹੜਾ ਇਹਨਾਂ ਦੇ ਸਰਕਾਰ ਦੁਆਰਾ ਸਾਡੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਜ਼ਿਕਰ ਕੀਤਾ ਹੈ ਜੀ ਮੈਂ ਜੀ। ਇਹ ਜਿਹੜੇ ਆਮ ਤੌਰ ਤੇ ਜਿਹੜੀ ਮੋਦੀ ਸਰਕਾਰ ਆ ਜਿੱਥੇ ਉਹਨੂੰ ਆਪਣੇ ਫਰਜ਼ ਪਹਿਚਾਨਣੇ ਆ ਉਹ ਫਰਜ਼ ਪਹਿਚਾਨ ਨਹੀਂ ਰਹੇ ਤੇ ਸਾਡੇ ਹੱਕਾਂ ਦੇ ਲਈ ਜੇ ਅਸੀਂ ਬੈਠੇ ਹੋਏ ਆ ਉਹਦੇ ਉੱਤੇ ਲਗਾਤਾਰ ਜਿਹੜੀ ਆ ਕਹਿ ਸਕਦੇ ਆ ਕਿ ਉਹਨਾਂ ਦੀ ਨਿਗਾਹਾਂ ਬਣੀਆਂ ਹੋਈਆਂ ਕਿ ਇਹਨਾਂ ਨੂੰ ਕਿਵੇਂ ਖਰਾਬ ਕੀਤਾ ਜਾਵੇ। ਇਸ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਇਹ ਸਾਹਮਣੇ ਆਈਆਂ ਕਿ ਕੱਲ੍ਹ ਹੀ ਹੋਇਆ ਕਿ ਇੱਕ ਰਿਹਾਨਾ ਨਾਂ ਦੀ ਇੰਟਰਨੈਸ਼ਨਲ ਜਿਹੜੀ ਸਟਾਰ ਹੈਗੀ ਆ ਉਹਨੇ ਸਾਡੇ ਹੱਕ ਦੇ ਵਿੱਚ ਜਿਹੜਾ ਇਹ ਇੱਕ ਟਵੀਟ ਕੀਤਾ ਉਹਦੇ ਅਗੇਂਸਟ ਪਬਲਿਕ ਜਿਹੜੀ ਕਹਿ ਸਕਦੇ ਆ ਵੀ ਜਿਨ੍ਹਾਂ ਨੂੰ ਪਬਲਿਕ ਨੇ ਸਟਾਰ ਬਣਾਇਆ ਬਾਲੀਵੁੱਡ ਦੀਆਂ ਬਹੁਤ ਵੱਡੀਆਂ ਹਸਤੀਆਂ ਨੇ ਉਹਨਾਂ ਨੂੰ ਡਿਨਾਈ ਕੀਤਾ ਤੇ ਇਹ ਜਿਹੜੀ ਗੱਲ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਵੀ ਕਹੀ ਜਾਂਦੀ ਆ ਸਾਡੇ ਦੇਸ਼ ਦੀ ਗੱਲ ਆ ਸਾਡੇ ਘਰ ਦਾ ਮਾਮਲਾ ਅਸੀਂ ਦੇਖਾਂਗੇ। ਇਸ ਮਾਹੌਲ ਦੇ ਵਿੱਚ ਜਦੋਂ ਕਿ ਪ੍ਰਧਾਨ ਮੰਤਰੀ ਦੇ ਇਦਾਂ ਦੇ ਬਿਆਨ ਆਉਂਦੇ ਇਸ ਮਾਹੌਲ ਦੇ ਵਿੱਚ ਉਹਨਾਂ ਨੂੰ ਲੈਟਰ ਲਿਖਣਾ ਕਿੰਨਾ ਕੁ ਸਾਰਥਕ ਲੱਗਦਾ ਤੁਹਾਨੂੰ? ਦੇਖੋ ਜੀ ਜਦੋਂ ਸਾਡੇ ਦੇਸ਼ ਦੀਆਂ ਸਰਕਾਰਾਂ ਜਿਹੜੇ ਕਿਸਾਨਾਂ ਨੇ ਉਹਨਾਂ ਨੂੰ ਇਸ ਤਖਤ ਤੇ ਬਿਠਾਇਆ ਹੈ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਪਿਛਲੇ 6 ਮਹੀਨਿਆਂ ਤੋਂ। ਇਹ ਲੈਟਰ ਪਹਿਲਾਂ ਵੀ ਲਿਖਿਆ ਜਾ ਸਕਦਾ ਸੀ ਕਿਉਂਕਿ ਮੇਰੀ 42 ਸਾਲ ਦੀ ਉਮਰ ਹੈ ਮੈਂ ਅਜੇ ਤੱਕ ਕਿਸੇ ਨੂੰ ਲੈਟਰ ਨਹੀਂ ਲਿਖਿਆ। ਪਹਿਲਾ ਲੈਟਰ ਮੈਂ ਮੋਦੀ ਜੀ ਹੋਰਾਂ ਦੇ ਮਦਰ ਨੂੰ ਲਿਖਿਆ ਸੀ ਤੇ ਮੇਰਾ ਸੈਕੰਡ ਲੈਟਰ ਹੈ ਜਿਹੜਾ ਮੈਂ ਜੋ ਬਾਈਡਨ ਤੇ UN ਨੂੰ ਲਿਖ ਰਿਹਾ। ਅੱਜ ਤੱਕ ਇਹ ਸਾਨੂੰ ਜ਼ਰੂਰਤ ਨਹੀਂ ਪਈ, ਹੁਣ ਜ਼ਰੂਰਤ ਪਈ ਹੈ। ਅਸੀਂ ਤੜਫੇ ਹਾਂ ਜਦੋਂ ਸਾਡੇ ਨੁਕਸਾਨ ਹੋਏ ਬੱਚਿਆਂ ਦੇ, ਸਾਡੇ ਹੱਕ ਨਹੀਂ ਦਿੱਤੇ ਜਾ ਰਹੇ, ਸਾਡੀ ਹੋਂਦ ਦੀ ਲੜਾਈ ਹੈ ਤਾਂ ਅਸੀਂ ਇਹ ਲੈਟਰ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਤੁਹਾਡਾ ਸਵਾਲ ਹੈ ਕਿ ਇਹ UN ਨੂੰ ਅਸੀਂ ਕਿਉਂ ਲੈਟਰ ਲਿਖਿਆ, UN ਨੂੰ ਲੈਟਰ ਜਦੋਂ ਸਾਡੀ ਸਰਕਾਰ ਦੇ ਕੋਈ ਨੁਮਾਇੰਦੇ ਸਾਨੂੰ ਅਦਾਲਤਾਂ ਕੋਈ ਨਿਆਂ ਨਹੀਂ ਦੇ ਰਹੀਆਂ ਤਾਂ ਸਾਡੇ ਕੋਲ ਫਿਰ ਪਲੇਟਫਾਰਮ ਜਿਹੜਾ ਹੈ ਉਹ ਦੁਨੀਆ ਦਾ ਹੀ ਬਚਦਾ ਹੈ, ਹੋਰ ਸਾਡੇ ਕੋਲ ਕੋਈ ਵਿਕਲਪ ਨਹੀਂ ਸੀ ਬਚਿਆ। ਅਸੀਂ ਕਿਹਾ ਕਿਉਂ ਨਾ ਇਸ ਅੰਦੋਲਨ ਦੀ ਜਿਹੜੀ ਹੈਗੀ ਸੱਚਾਈ ਦੇਸ਼ ਦੁਨੀਆ ਨੂੰ ਦੱਸੀ ਜਾਏ ਕਿ ਇਹ ਜਿਹੜਾ ਅੰਦੋਲਨ ਹੈ ਇਹ ਸ਼ਾਂਤਮਈ ਅੰਦੋਲਨ ਹੈ ਜਿਹੜਾ ਸਭ ਧਰਮਾਂ ਦਾ ਤੇ ਸਭ ਸਟੇਟਸ ਦਾ ਅੰਦੋਲਨ ਹੈ ਤੇ ਅਸੀਂ ਇਹ ਉਪਰਾਲਾ ਕੀਤਾ ਕਿ ਉਹਨਾਂ ਤੱਕ ਆਵਾਜ਼ ਪਹੁੰਚਾਈ ਜਾਏ ਕਿਉਂਕਿ ਉਹ ਮਨੁੱਖੀ ਅਧਿਕਾਰਾਂ ਦੇ ਨੁਮਾਇੰਦੇ ਨੇ UN ਵਾਲੇ। ਉਹ ਪੂਰੀ ਦੁਨੀਆ ਦੀ ਜਿਹੜੀ ਉੱਥੇ ਦੀ ਆਵਾਜ਼ ਕਹੀ ਹੋਈ ਪੂਰੀ ਦੁਨੀਆ ਸੁਣਦੀ ਹੈ ਤੇ ਜਿਹੜੇ ਜੋ ਬਾਈਡਨ ਜੀ ਨੇ ਉਹ ਦੁਨੀਆ ਦੇ ਪਾਵਰਫੁਲ ਪ੍ਰੈਜ਼ੀਡੈਂਟ ਨੇ। ਅਗਰ ਉਹ ਕੋਈ ਸਾਡੇ ਦੇਸ਼ ਨਾਲ ਗੱਲਬਾਤ ਕਰਨਗੇ ਤੇ ਇਸ ਮਸਲੇ ਦਾ ਸੋਲੂਸ਼ਨ ਨਿਕਲ ਸਕਦਾ ਹੈ। ਤੇ ਨਾਲੇ ਸਾਨੂੰ ਅਨਪੜ੍ਹ ਕਿਹਾ ਜਾਂਦਾ ਸੀ ਕਿ ਅਸੀਂ ਅਨਪੜ੍ਹ ਹਾਂ, ਅਸੀਂ ਗੁੰਮਰਾਹ, ਤਾਂ ਅਸੀਂ ਉਹਨਾਂ ਨੂੰ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸ ਦੇਣਾ ਚਾਹੁੰਦੇ ਹਾਂ, ਦੁਨੀਆ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਅਨਪੜ੍ਹ ਨਹੀਂ ਹਾਂ, ਅਸੀਂ ਗੁੰਮਰਾਹ ਨਹੀਂ ਹਾਂ, ਅਸੀਂ ਹਰੇਕ ਤਰੀਕੇ ਦੀ ਲੜਾਈ ਲੜਨਾ ਜਾਣਦੇ ਹਾਂ। ਇਹ ਲੈਟਰ 6 ਮਹੀਨੇ ਪਹਿਲਾਂ ਵੀ ਲਿਖੇ ਜਾ ਸਕਦੇ ਸੀ ਪਰ ਉਦੋਂ ਜਲਦੀ ਸੀ। ਇਹਨਾਂ ਨੇ ਕਹਿਣਾ ਸੀ ਜੀ ਹਜੇ ਤਾਂ ਸਾਨੂੰ ਇਸ ਅੰਦੋਲਨ ਬਾਰੇ ਕੋਈ ਡਿਸਕਸ ਨਹੀਂ ਕਰਨ ਦਿੱਤਾ ਗਿਆ, ਪਹਿਲਾਂ ਹੀ ਵਿਦੇਸ਼ਾਂ 'ਚ ਪਹੁੰਚ ਗਏ। ਅਸੀਂ 6 ਮਹੀਨੇ ਉਡੀਕਿਆ ਜਦੋਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਅਸੀਂ ਫਿਰ ਵਿਦੇਸ਼ਾਂ ਦਾ ਰੁਖ ਕੀਤਾ ਜਿਹੜੀ ਸਾਡੀ ਮਜਬੂਰੀ ਸੀ ਤੇ ਸਾਡਾ ਹੱਕ ਵੀ ਸੀ। ਇਹ ਸੰਵਿਧਾਨਿਕ ਹੱਕ ਦੀ ਜਿੱਥੇ ਕਿਸਾਨ ਵਰਤੋਂ ਕਰ ਰਹੇ ਆ ਉੱਥੇ ਸਰਕਾਰ ਹਰ ਇੱਕ ਗੈਰ ਵਾਜਿਬ ਜਿਹੜਾ ਹੱਥਕੰਡਾ ਅਪਣਾ ਰਹੀ ਆ। ਤੁਹਾਡੀ ਲੈਟਰ ਦੇ ਵਿੱਚ ਕਿਹੜੇ ਹੱਥਕੰਡਿਆਂ ਦੀ ਡਿਟੇਲ ਕਿ ਹਰ ਇੱਕ ਹੱਥਕੰਡਾ ਜਿਹੜਾ ਮਨੁੱਖਤਾ ਦੇ ਖਿਲਾਫ ਆ, ਜਿਹੜੇ ਹਿਊਮਨ ਰਾਈਟਸ ਦੇ ਅਗੇਂਸਟ ਆ, ਉਹ ਸਾਡੀ ਸੰਵਿਧਾਨਿਕ ਜਿਹੜੀ ਆ ਸਰਕਾਰ ਕਹਿ ਸਕਦੇ ਆ ਉਹ ਅਪਣਾ ਰਹੀ ਆ। ਕਿਹੜੇ ਪੁਆਇੰਟਸ ਤੁਸੀਂ ਹਾਈਲਾਈਟ ਕੀਤੇ ਇਸ ਲੈਟਰ ਦੇ ਵਿੱਚ? ਇਹਦੇ ਵਿੱਚ 4-5 ਜਿਹੜੇ ਮੁੱਖ ਹੈਗੇ ਆ ਜੀ ਪੁਆਇੰਟ, ਉਹ ਮੈਂ ਤੁਹਾਡੇ ਨਾਲ ਡਿਸਕਸ ਤੁਹਾਨੂੰ ਦੱਸ ਦਿੰਦਾ। ਇਹਦੇ ਵਿੱਚ ਪਹਿਲਾ ਸੀਗਾ ਜੀ ਜਿਹੜਾ ਖੱਟਰ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ, ਫਿਰ ਉਦੋਂ ਬਾਅਦ ਜਿਹੜੀਆਂ ਸਾਡੀਆਂ ਸ਼ਹਾਦਤਾਂ ਹੋਈਆਂ, ਫਿਰ 26 ਦਾ ਜ਼ਿਕਰ ਹੈ ਜੀ ਜਿਹੜਾ 26 ਨੂੰ ਇਹਨਾਂ ਨੇ ਸਾਡੇ ਨਾਲ ਆਪਣੇ ਸਰਕਾਰ ਦੀ ਪਾਵਰ ਦੁਆਰਾ ਸਾਡੇ ਨਾਲ ਧੱਕਾ ਕੀਤਾ ਹੈ। ਫਿਰ ਉਦੋਂ ਬਾਅਦ ਅਸੀਂ ਇਹਨਾਂ ਨੇ ਇਹਦੇ ਵਿੱਚ ਇਹ ਜ਼ਿਕਰ ਕੀਤਾ ਕਿ ਜਿਹੜਾ ਇਹਨਾਂ ਨੇ ਸਾਡੀ ਇੱਕ ਸਪਲਾਈ ਚੇਨ ਤੋੜੀ ਹੈ, ਜਿਵੇਂ ਸਾਡਾ ਇੰਟਰਨੈਟ ਬੰਦ ਕੀਤਾ, ਸਾਡਾ ਪਾਣੀ ਬੰਦ ਕਰ ਦਿੱਤਾ ਗਿਆ ਗਾਜ਼ੀਆਬਾਦ 'ਚ। ਇੱਥੇ ਵੀ ਤੁਹਾਨੂੰ ਪਤਾ ਸਾਰੇ ਪਾਸੇ ਬੈਰੀਗੇਡਸ ਲੱਗੇ ਹੋਣ, ਸਾਨੂੰ ਬੜੀਆਂ ਮੁਸ਼ਕਲਾਂ ਆ ਰਹੀਆਂ ਨੇ। ਸਾਡੇ ਲਈ ਇੱਥੇ ਕੋਈ ਸੁੱਖ ਸੁਵਿਧਾਵਾਂ ਨਹੀਂ, ਇਹਨਾਂ ਨੇ ਕੋਈ ਟਾਇਲਟ ਦਾ ਅਰੇਂਜਮੈਂਟ ਨਹੀਂ ਹੈ। ਸਾਡਾ ਇਹਨਾਂ ਨੇ ਖਾਣ ਪਾਣ ਇੱਥੇ ਰੋਕ ਦਿੱਤਾ ਹੈ, ਬਿਜਲੀ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਇਹ ਸਾਡੇ ਅਧਿਕਾਰ ਦੇ ਅਧੀਨ ਆਉਂਦਾ, ਸਾਡੀਆਂ ਜ਼ਰੂਰੀ ਚੀਜ਼ਾਂ ਨੇ। ਜੇ ਅਗਰ ਇਹ ਸਰਕਾਰ ਸਾਡੀਆਂ ਰੋਕ ਰਹੀ ਹੈ ਤਾਂ ਉਹ ਫਿਰ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਵਿੱਚ ਇਹ ਮਤਲਬ ਉਹਨਾਂ ਦਾ ਘਾਣ ਕਰ ਰਹੀ ਹੈ। ਤਾਂ ਉਹ ਅਸੀਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਇਹ ਤੇ ਸ਼ਾਂਤਮਈ ਢੰਗ ਨਾਲ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਤੇ ਸਾਡੇ ਦੇਸ਼ ਇੱਕ ਲੋਕਤੰਤਰੀ ਦੇਸ਼ ਦੇ ਵਿੱਚ ਅਧਿਕਾਰ ਹੈ ਕਿ ਅਸੀਂ ਕੋਈ ਵੀ ਸਾਡੇ ਨਾਲ ਅਨਿਆਂ ਹੁੰਦਾ ਤਾਂ ਅਸੀਂ ਉਹਦੇ ਖਿਲਾਫ ਆਪਦਾ ਸ਼ਾਂਤਮਈ ਅੰਦੋਲਨ ਕਰ ਸਕਦੇ ਹਾਂ। ਤੇ ਸਰਕਾਰ ਦੁਆਰਾ ਉਹ ਵੀ ਸਾਡੇ ਨਾਲ ਜਬਰਨ ਸਾਨੂੰ ਇੱਥੋਂ ਬਦਨਾਮ ਕੀਤਾ ਜਾ ਰਿਹਾ ਤੇ ਸਾਡੇ ਇਸ ਅੰਦੋਲਨ ਨੂੰ ਅੱਡ ਤਰੀਕਿਆਂ ਨਾਲ ਇਹਨੂੰ ਚਾਹੁੰਦੇ ਆ ਕਿ ਉਹ ਇਹ ਖਤਮ ਹੋ ਜਾਏ ਜਾਂ ਇਹ ਵਾਪਸ ਚਲੇ ਜਾਣ ਤੇ ਉਹ ਚੀਜ਼ਾਂ ਉਹਨਾਂ ਨੂੰ ਦੱਸੀਆਂ ਗਈਆਂ। ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ ਭਾਰਤ ਦੀ ਛਵੀ ਜਿਹੜੀ ਆ ਇੰਟਰਨੈਸ਼ਨਲ ਦੇ ਪੱਧਰ ਤੇ ਬਣਾਈ ਹੋਈ ਆ ਵੀ ਸਾਡਾ ਭਾਰਤ ਬੜਾ ਅੱਗੇ ਜਾ ਰਿਹਾ ਹੈਗਾ, ਰਫੇਲ ਖਰੀਦ ਰਹੇ ਆ ਅਸੀਂ, ਮੈਟਰੋ ਟ੍ਰੇਨਸ ਚੱਲ ਰਹੀਆਂ ਹੈਗੀਆਂ, ਬਹੁਤ ਅੱਗੇ ਸਾਡਾ ਭਾਰਤ ਜਾ ਰਿਹਾ ਹੈਗਾ। ਦੂਜੇ ਪਾਸੇ ਜਦੋਂ ਆਤਮ ਸਨਮਾਨ ਦੀ ਗੱਲ ਕਰਦੇ ਆ, ਜਦੋਂ ਕਹਿੰਦੇ ਆ ਕਿ ਭਾਰਤ ਦਾ ਸਨਮਾਨ ਸਭ ਤੋਂ ਉੱਚਾ ਹੈਗਾ, ਦੂਜੇ ਪਾਸੇ ਸੜਕਾਂ ਦੇ ਉੱਤੇ ਪੱਕੀਆਂ ਕੰਧਾਂ ਕੱਢ ਕੇ ਸ਼ਾਂਤਮਈ ਲੋਕਾਂ ਦੇ ਧਰਨਿਆਂ ਦੇ ਬੈਕ ਸਾਈਡ ਤੇ ਮੇਖਾਂ ਗੱਡ ਕੇ ਸੜਕਾਂ ਨੂੰ ਪੁੱਟਿਆ ਜਾ ਰਿਹਾ, ਰੇਤਾ ਭਰੀ ਜਾ ਰਹੀ ਆ, ਸੀਮੈਂਟ ਦੀਆਂ ਕੰਧਾਂ ਕੱਢੀਆਂ ਜਾ ਰਹੀਆਂ। ਇਹ ਸਭ ਕੀ ਭਾਰਤ ਦੇ ਲੋਕ ਭਾਰਤ ਦੇ ਸਨਮਾਨ ਨੂੰ ਢਾਲ ਲਾ ਰਹੇ ਆ ਜਾਂ UN ਦੇ ਵਿੱਚ ਜਦੋਂ ਹੁਣ ਇਹ ਹਰਕਤਾਂ ਜਾਣਗੀਆਂ ਤੇ ਇਹ ਲੋਕਤੰਤਰਕ ਸਰਕਾਰ ਜਿਹੜੀ ਆ ਭਾਰਤ ਦੇ ਸਨਮਾਨ ਨੂੰ ਢਾਲ ਆ ਰਹੀ ਆ? ਦੇਖੋ ਜੀ ਸਾਰੇ ਕਸੂਰਵਾਰ ਭਾਰਤ ਸਰਕਾਰ ਹੈ।
ਕਿਉਂਕਿ ਅਸੀਂ ਤਾਂ ਕਿੰਨੀ ਦੇਰ ਤੋਂ ਸ਼ਾਂਤਮਈ ਅੰਦੋਲਨ ਨਾਲ ਅਸੀਂ ਆਪਦੀ ਆਵਾਜ਼ ਰੱਖ ਰਹੇ ਹਾਂ ਕਿ ਸਾਨੂੰ ਇਹ 3 ਕਾਨੂੰਨ ਜਿਹੜੇ ਅਡਾਨੀਆਂ ਬਾਨੀਆਂ ਦੇ ਕਹਿਣੇ ਤੇ ਪਾਸ ਕੀਤੇ ਗਏ, ਜਿਹੜਾ ਕਿ ਲੀਗਲੀ ਨਹੀਂ ਗਏ, ਜਿਹੜਿਆਂ ਦੀ ਕੋਈ ਚਰਚਾ ਰਾਜ ਸਭਾ ਪਾਰਲੀਮੈਂਟ 'ਚ ਨਹੀਂ ਹੋਈ, ਜਿਹੜੇ ਕਿ ਸਾਡਾ ਸਬਜੈਕਟ ਹੈ, ਇਹ ਸਟੇਟ ਦਾ ਸਬਜੈਕਟ ਹੈ ਐਗਰੀਕਲਚਰ। ਤੇ ਇਹ ਜਿਹੜੇ ਕਾਨੂੰਨ ਆ ਪਹਿਲਾਂ ਵੀ ਅਮਰੀਕਾ ਤੇ ਯੂਰਪ ਦੇ ਵਿੱਚ ਬਹੁਤ ਪੁਰਾਣੇ ਜਿਹੜੇ ਆ ਇਹ ਪਾਸ ਹੋਏ ਸੀ, ਤੇ ਉਹ ਉੱਥੇ ਜਿਹੜਾ ਕਿਸਾਨ ਅੱਜ ਤਰਸਯੋਗ ਹਾਲਤ ਆ ਉਹਦੀ, ਉਹ ਜਿਹੜਾ ਉੱਥੋਂ ਦਾ ਕਿਸਾਨ ਹੈ ਉਹ ਅੱਜ ਸਬਸਿਡੀ ਤੇ ਜਿਉਣ ਨੂੰ ਮਜਬੂਰ ਹੈ। ਤੇ ਅਸੀਂ ਆਪਣੀਆਂ ਇਹ ਮੰਗਾਂ ਇਹਨਾਂ ਸਰਕਾਰਾਂ ਕੋਲੇ ਹੱਥ ਜੋੜ ਰਹੇ ਹਾਂ ਅਸੀਂ ਉਹਨਾਂ ਨੂੰ, ਪਰ ਸਰਕਾਰ ਸਾਡੀ ਸੁਣਨ ਨੂੰ ਤਿਆਰ ਨਹੀਂ। ਵਰਲਡ ਦਾ ਮੀਡੀਆ ਨੂੰ ਕਵਰ ਕਰ ਰਿਹਾ ਤੇ ਇਹਦੀ ਜਿਹੜੀ ਬਦਨਾਮੀ ਉਹ ਪੂਰੇ ਵਰਲਡ ਵਿੱਚ ਹੋ ਰਹੀ ਹੈ ਸਾਡੀ ਸਰਕਾਰ ਦੀ। ਤੇ ਜਿੱਥੋਂ ਤੱਕ ਕੋਈ ਤਿਰੰਗੇ ਦੀ ਗੱਲ ਹੈ ਜਾਂ ਸਨਮਾਨ ਦੀ ਗੱਲ ਹੈ, ਉਹ ਕਿਸਾਨ ਕਰਦਾ, ਕਿਸਾਨ ਦਾ ਬੱਚਾ ਸ਼ਹੀਦ ਹੁੰਦਾ ਸਰਹੱਦਾਂ ਤੇ ਜਾ ਕੇ ਸਾਡੇ ਦੇਸ਼ ਦੀ ਰਾਖੀ ਲਈ। ਤੇ ਉਹ ਜਿਹੜੀਆਂ ਗੱਲਾਂ ਨੇ ਉਹ ਤਾਂ ਬੇਅਫਵਾਹ ਨੇ। ਕੁਝ ਜਿਹੜਾ ਸਾਡਾ ਨੈਸ਼ਨਲ ਮੀਡੀਆ ਉਹਦਾ ਬਹੁਤ ਵੱਡਾ ਵਰਗ ਇਹ ਬਦਨਾਮ ਕਰਨ ਤੇ ਲੱਗਾ ਹੋਇਆ, ਪਰ ਅਸੀਂ ਬਿਲਕੁਲ ਇਸ ਦੇਸ਼ ਦੇ ਵਸਨੀਕ ਹਾਂ। ਅਸੀਂ ਇਸ ਦੇਸ਼ ਵਿੱਚ ਰਹਿਣਾ ਚਾਹੁੰਦੇ ਹਾਂ, ਅਸੀਂ ਇਸ ਦੇਸ਼ ਦੀ ਵੰਡੀ ਨਹੀਂ ਚਾਹੁੰਦੇ। ਤੇ ਜਿਹੜਾ ਇਹ ਅੰਦੋਲਨ ਹੈ ਇਹ ਸਿਰਫ ਸਾਡੇ ਹੱਕਾਂ ਨੂੰ ਲੈ ਕੇ ਹੈ, ਸਾਡੀ ਕੋਈ ਦੂਜੀ ਮੰਗ ਨਹੀਂ। ਸਿਰਫ 3 ਕਾਲੇ ਕਾਨੂੰਨ ਹੈ, ਇਹ ਰਿਪੀਲ ਹੋਣੇ ਚਾਹੀਦੇ ਹੈ। ਤੇ ਸਰਕਾਰ ਜਿੰਨਾ ਜਲਦੀ ਲੈ ਲੂਗੀ ਉਨੀ ਸਾਡੇ ਦੇਸ਼ ਦੀ ਇੱਜ਼ਤ ਬਾਜੂਗੀ, ਨਹੀਂ ਤਾਂ ਫਿਰ ਦੁਨੀਆ ਦੇਖ ਹੀ ਰਹੀ ਹੈ ਜਿੱਦਾਂ ਦਾ ਇਹ ਸਰਕਾਰ ਤਮਾਸ਼ਾ ਕਰ ਰਹੀ ਹੈ ਤੇ ਧੱਕੇ ਨਾਲ ਸਾਨੂੰ ਬਦਨਾਮ ਕਰ ਰਹੀ ਹੈ ਖਾਲਿਸਤਾਨੀ ਅੰਤਕਵਾਦੀ ਕਹਿ ਕੇ। ਮੈਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ, ਜਦੋਂ ਸਰਕਾਰਾਂ ਕੋਈ ਗਲਤ ਕੰਮ ਕਰ ਲੈਂਦੀਆਂ, ਉਹ ਚੰਗੇ ਹੁਕਮਰਾਨ ਦਾ, ਚੰਗੇ ਰਾਜੇ ਦਾ, ਚੰਗੇ ਇੱਕ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਹੈ ਕਿ ਉਹ ਜਨਤਾ ਦੇ ਆਵਾਮ ਦੀ ਗੱਲ ਨੂੰ ਸਮਝੇ ਤੇ ਇਹ ਜਿਹੜੇ 3 ਕਾਲੇ ਕਾਨੂੰਨ ਹੈ ਉਹ ਵਾਪਸ ਕਰੇ। ਕਿਸ ਆਸ ਨਾਲ ਇਹ ਲੈਟਰ ਲਿਖੀ ਤੇ ਕੀ ਉਮੀਦ ਹੁਣ ਕਰਦੇ ਆ ਕਿ ਤੁਹਾਡੀ ਸੁਣਾਈ ਹੋਊਗੀ? ਕੀ ਅੰਦਾਜ਼ਾ ਹੈਗਾ ਕਿ ਕਦੋਂ ਤੱਕ ਤੁਹਾਨੂੰ ਜਵਾਬ ਦੀ ਆਸ ਹੈਗੀ ਆ ਕਿ ਉਧਰੋਂ ਜਵਾਬ ਮਿਲੂਗਾ ਤੇ ਸਾਡੇ ਕੁਝ ਹਾਲਾਤ ਬਿਹਤਰ ਕੀਤੇ ਜਾਣਗੇ? ਦੇਖੋ ਜੀ, ਲੜਾਈ ਲੜਨ ਦੇ ਅਲੱਗ-ਅਲੱਗ ਤਰੀਕੇ ਹੈ। ਜਿਵੇਂ ਇੱਕ ਅੰਦੋਲਨ ਹੈ ਵੀ ਇੱਕ ਲੜਾਈ ਦਾ ਤਰੀਕਾ ਹੈ, ਤੇ ਜਿਵੇਂ ਹੋਰ ਕਈ ਤਰੀਕਿਆਂ ਨਾਲ ਅਸੀਂ ਟਰੈਕਟਰ ਮਾਰਚ ਕੱਢੇ ਹੈ ਜੀ, ਹੋਰ ਕਈ ਤਰੀਕਿਆਂ ਨਾਲ ਅਸੀਂ ਸ਼ਾਂਤਮਈ ਮੀਟਿੰਗਸ ਹੋ ਰਹੀਆਂ ਨੇ, ਤੇ ਉਹਨਾਂ ਦਾ ਹੀ ਇੱਕ ਹਿੱਸਾ ਹੈ ਜੀ ਅਸੀਂ ਲੈਟਰ ਲਿਖਿਆ। ਕਿਉਂਕਿ ਸਾਡਾ ਉਹੀ ਗੱਲ ਹੈ, ਸਾਡਾ ਹੱਕ ਬਣਦਾ ਕਿ ਅਸੀਂ ਆਪਣਾ ਦੁੱਖ ਹੈ ਦੁਨੀਆ ਨੂੰ ਦੱਸੀਏ, ਕਿਉਂਕਿ ਸਾਡੀਆਂ ਸਰਕਾਰਾਂ ਨਹੀਂ ਸੁਣ ਰਹੀਆਂ। ਸਾਨੂੰ ਉਮੀਦ ਹੈ ਕਿਉਂਕਿ ਉਹ ਆਪਣੇ ਲੋਕਾਂ ਨੂੰ ਲੈ ਕੇ, ਜਾਂ ਦੁਨੀਆ ਇੱਕ ਇਹ ਕਹਿ ਲਓ ਸਾਰੀ ਦੁਨੀਆ ਇੱਕ ਪਰਿਵਾਰ ਵਾਂਗੂ ਹੈ, ਉਹ ਸਾਡੇ ਦੁੱਖ ਨੂੰ ਜ਼ਰੂਰ ਸਮਝਣਗੇ ਕਿਉਂਕਿ ਉੱਥੇ ਹਿਊਮੈਨਿਟੀ ਦੀ ਕਦਰ ਹੈ। ਜਿਵੇਂ ਰਿਆਨਾ ਜੀ ਨੇ ਇੱਕ ਟਵੀਟ ਕੀਤਾ, ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਉਹਨਾਂ ਨੇ ਇੱਕ ਜਾਗਦੀ ਜ਼ਮੀਰ ਜਾਂ ਇਹ ਕਹਿ ਲਓ ਕਿ ਉਹਨਾਂ ਨੇ ਇੱਕ ਇਨਸਾਨੀਅਤ ਦਾ ਸਬੂਤ ਦਿੱਤਾ ਹੈ ਕਿ ਜੇ ਕਿਸਾਨਾਂ ਨਾਲ ਇੱਥੇ ਭਾਰਤ ਦੇਸ਼ ਦੇ ਵਿੱਚ ਧੱਕਾ ਹੋ ਰਿਹਾ ਪਿਛਲੇ 6 ਮਹੀਨਿਆਂ ਤੋਂ, ਉਹਦੇ ਹੱਕ ਵਿੱਚ ਸਾਰੀ ਦੁਨੀਆ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਜਿਵੇਂ ਤੁਸੀਂ ਬਾਲੀਵੁੱਡ ਦਾ ਵੀ ਜ਼ਿਕਰ ਕੀਤਾ, ਬਾਲੀਵੁੱਡ ਇੱਕ ਨਾ ਸ਼ੁਕਰਾ ਅਸੀਂ ਕਹਿ ਸਕਦੇ ਹਾਂ, ਜਿਹਦੇ ਵਿੱਚ ਸਾਡੇ ਪੰਜਾਬੀਆਂ ਦੀਆਂ ਇੰਨੀਆਂ ਫਿਲਮਾਂ ਤੋਂ ਕਰੋੜਾਂ ਰੁਪਏ ਇਹਨਾਂ ਨੇ ਕਮਾਇਆ। ਉਹ ਸਾਡੇ ਦੇਸ਼ ਦੇ ਵਸਨੀਕ ਵੀ ਨੇ, ਇਨਸਾਨੀਅਤ ਨਾਤੇ ਵੀ ਉਹਨਾਂ ਦਾ ਫਰਜ਼ ਬਣਦਾ ਹੈ, ਪਰ ਉਹ ਸਾਰੇ ਫਰਜ਼ਾਂ ਤੋਂ ਨਾ ਮੁੱਕਰ ਹੋ ਚੁੱਕੇ ਨੇ। ਉਹਨਾਂ ਦੀਆਂ ਇਹ ਕਹਿ ਲਓ ਜ਼ਮੀਰਾਂ ਮੈਂ ਤਾਂ ਕਹੂੰਗਾ ਮਰੀਆਂ ਹੋਈਆਂ ਨੇ, ਜਿਹੜੇ ਇਸ ਐਡੇ ਵੱਡੇ ਸ਼ਾਂਤਮਈ ਅੰਦੋਲਨ ਨਹੀਂ ਦੇਖ ਸਕਦੀਆਂ, ਤੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਨੈਸ਼ਨਲ ਮੀਡੀਆ ਨੂੰ ਵੀ ਆਪਦੀ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ। ਜੇ ਅੱਜ ਅਗਰ ਉਹ ਝੂਠ ਦਾ ਸਾਥ ਦੇਣਗੇ ਤਾਂ ਆਉਣ ਵਾਲੇ ਵਕਤ ਦੇ ਵਿੱਚ ਉਹਨਾਂ ਬੱਚਿਆਂ ਨੂੰ ਵੀ ਸਫ਼ਰ ਕਰਨਾ ਪਊਗਾ, ਕਿਉਂਕਿ ਜੇ ਅਗਰ ਇਹ ਆਰਗੇਨਾਈਜ਼ ਧੰਦਾ ਹੁੰਦਾ ਤਾਂ ਸਾਰੀ ਦੁਨੀਆ ਸਫ਼ਰ ਕਰੇਗੀ। 20 ਰੁਪਏ ਵਾਲੀ ਚੀਜ਼ ਜਦੋਂ ਸਾਨੂੰ ਡਾਨੀਆਂ ਬਾਨੀਆਂ ਦੇ ਸਟੋਰਾਂ ਵਿੱਚ 200 ਰੁਪਏ ਖਰੀਦਣੀ ਪਊਗੀ ਤਾਂ ਇਹ ਇਸ ਅੰਦੋਲਨ ਨੂੰ ਯਾਦ ਕਰਨਗੇ ਕਿ ਜਿਹੜਾ ਕਿਸਾਨ ਇੱਥੇ ਦੇਸ਼ ਦਾ ਡਟਿਆ ਹੋਇਆ ਉਹ ਸੱਚਾ ਸੀ। ਤੇ ਮੈਂ ਦੇਸ਼ ਵਾਸੀਓ ਅੱਜ ਵੀ ਤੁਹਾਨੂੰ ਅਪੀਲ ਕਰਦਾ ਕਿ ਇਸ ਅੰਦੋਲਨ ਦਾ ਸਾਥ ਦਿਓ। ਇਹ ਇਕਜੁੱਟ ਅੰਦੋਲਨ ਹੈ, ਇਹਦੇ ਵਿੱਚ ਕੋਈ ਧਰਮ ਦੀ ਜਾਂ ਕੋਈ ਹੋਰ ਸਾਡੀ ਮੰਗ ਨਹੀਂ, ਸਿਰਫ ਸਾਡੀ ਮੰਗ ਇਹ 3 ਕਾਲੇ ਕਾਨੂੰਨ ਰਿਪੀਲ ਕਰਾਉਣਾ ਹੈ ਤੇ ਪੂਰੇ ਦੇਸ਼ ਦਾ ਕਿਸਾਨ ਹੈ ਤੇ ਸ਼ਾਂਤਮਈ ਢੰਗ ਨਾਲ ਉਹ ਹੱਲ ਚਾਹੁੰਦਾ ਹੈ। ਸਰਕਾਰਾਂ ਅਗਰ ਕੋਈ ਸਾਡੇ ਨਾਲ ਧੱਕਾ ਕਰਦੀਆਂ ਉਹ ਗੱਲ ਵੱਖਰੀ ਹੈ, ਸਾਡੇ ਵੱਲੋਂ ਕਦੇ ਪਹਿਲ ਨਹੀਂ ਹੋਏਗੀ। ਤੇ ਸਾਨੂੰ ਉਮੀਦ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ UN ਜਿਨ੍ਹਾਂ ਨੂੰ ਮੈਂ 3 ਲੈਟਰਸ ਲਿਖੇ ਨੇ, ਉਹ ਸਾਡੀ ਇਹ ਗੱਲ ਨੂੰ ਜ਼ਰੂਰ ਗੌਰ ਕਰਨਗੇ, ਸਾਡੀ ਸਰਕਾਰ ਨਾਲ ਗੱਲਬਾਤ ਦੇ ਕਰਕੇ, ਤੇ ਇਸ ਜਿਹੜਾ ਸਾਡਾ ਮਸਲਾ ਬਹੁਤ ਜ਼ਿਆਦਾ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ, ਇਹਨੂੰ ਜਲਦੀ ਹੱਲ ਕਰਾਉਣਗੇ। ਸੋ ਇਹ ਜਿਹੜੇ ਆ ਕਿਸਾਨ ਮੋਰਚੇ ਦੇ ਹੱਕ ਦੇ ਵਿੱਚ ਜਿੰਨੇ ਵੀ ਵਾਜਬ ਤਰੀਕਿਆਂ ਨਾਲ ਸਾਡੇ ਨੌਜਵਾਨ ਗੱਲ ਪਹੁੰਚਾ ਸਕਦੇ ਸੀ, ਉਹਦੇ ਵਿੱਚ ਇੱਕ ਤਰੀਕਾ ਇਹ ਵੀ ਹੈ ਕਿ ਜਿਹੜੇ ਲੋਕ ਹੈਗੇ ਆ, ਜਿਹੜੇ ਕਿਸਾਨ ਹੈਗੇ ਆ, ਜਿਨ੍ਹਾਂ ਦੇ ਉੱਤੇ ਖਦਸ਼ੇ ਜਤਾਏ ਜਾ ਰਹੇ ਸੀਗੇ ਕਿ ਇਹ ਬੜੇ ਖਤਰਨਾਕ ਲੋਕ ਆ ਤੇ ਕੋਈ ਵੱਡੀ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਨੇ। ਸੋ ਇਹਨਾਂ ਲੋਕਾਂ ਦੇ ਤਰੀਕੇ ਅਸੀਂ ਦੇਖ ਹੀ ਪਾ ਰਹੇ ਹਾਂ ਕਿ ਕਿੰਨੀ ਸ਼ਾਂਤੀਮਈ ਤਰੀਕੇ ਨਾਲ ਇਹ ਆਪਣੇ ਹੱਲ ਵੀ ਕਢਵਾਉਣਾ ਚਾਹੁੰਦੇ ਆ ਤੇ ਬਿਨਾਂ ਕੋਈ ਵੀ ਜਿਹੜੀ ਆ ਕਿਸੇ ਦੁਰਘਟਨਾ ਨੂੰ ਅੰਜਾਮ ਦਿੱਤੇ, ਬਿਨਾਂ ਕੋਈ ਖਲਬਲੀ ਮਚਾਏ, ਸ਼ਾਂਤੀਪੂਰਵਕ ਆਪਣੀ ਗੱਲ, ਜੇ ਗਵਰਨਮੈਂਟ ਨਹੀਂ ਸੁਣ ਰਹੀ, ਜੇ ਕੇਂਦਰ ਸਰਕਾਰ ਨਹੀਂ ਸੁਣ ਰਹੀ, ਤੇ ਜਿਹੜੇ ਆ ਸੰਸਾਰ ਭਰ ਦੇ ਸਾਹਮਣੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਔਨ 에ਅਰ TV। ਮੈਂ ਰਮਨਤੂਰ, ਕੈਮਰਾਮੈਨ ਯਾਦਵਿੰਦਰ ਦੇ ਨਾਲ।